ਸੰਗਰੂਰ ਰੇਲਵੇ ਸਟੇਸ਼ਨ ਦੇ ਉੱਤੇ ਤੜਕੇਸਾਰ ਵਾਪਰੀ ਲੁੱਟ ਦੀ ਵੱਡੀ ਵਾਰਦਾਤ। ਸੂਰਤ ਦੀ ਗਹਿਣੇ ਬਣਾਉਣ ਵਾਲੀ ਇੱਕ ਕੰਪਨੀ ਦੇ ਕਰਮਚਾਰੀ ਦੇ ਕੋਲੋਂ ਲੁੱਟਿਆ ਗਿਆ 1 ਕਰੋੜ 75 ਲੱਖ ਰੁਪਏ ਤੱਕ ਦਾ ਸੋਨਾ। ਪੁਲਿਸ ਵਾਲਿਆਂ ਦੇ ਵੱਲੋਂ ਹੀ ਇਸ ਲੁੱਟ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ। 48 ਘੰਟਿਆਂ 'ਚ ਬਠਿੰਡਾ ਪੁਲਿਸ ਦੇ ਦੁਆਰਾ ਸੁਲਝਾਈ ਗਈ ਇਹ ਲੁੱਟ ਦੀ ਗੁੱਥੀ। ਸਤਿ ਸ਼੍ਰੀ ਅਕਾਲ ਤੇ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਸ਼ਿਦਾ ਸੀ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਵਿੱਚ ਕਿ ਸ਼ਰੇਆਮ ਹੀ ਇੱਕ ਰੇਲਵੇ ਸਟੇਸ਼ਨ ਤੋਂ ਇੱਕ ਈ ਕੰਪਨੀ ਦੇ ਕਰਮਚਾਰੀ ਦੇ ਨਾਲ ਲੁੱਟ ਖੋਹ ਹੁੰਦੀ ਹੈ। ਉਸ ਦੇ ਕੋਲੋਂ ਜਿਹੜਾ ਹੈ 3 ਕਿਲੋ 700 ਗ੍ਰਾਮ ਤੋਂ ਵੱਧ ਦਾ ਸੋਨਾ ਲੁੱਟ ਲਿਆ ਜਾਂਦਾ ਹੈ, ਜਿਸ ਦੀ ਕੀਮਤ 1 ਕਰੋੜ 75 ਲੱਖ ਤੋਂ ਵੱਧ ਦੀ ਦੱਸੀ ਜਾਂਦੀ ਹੈ। ਤੇ ਇਹ ਲੁੱਟ ਖੋਹ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਦੇ ਹੀ 2 ਕਾਂਸਟੇਬਲ ਦੱਸੇ ਜਾਂਦੇ ਨੇ। ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਆਏ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਕੰਪਨੀ ਦੇ ਕਰਮਚਾਰੀ ਨੂੰ ਡਰਾਇਆ ਧਮਕਾਇਆ ਜਾਂਦਾ ਹੈ। ਸ਼ਰੇਆਮ ਹੀ ਉਸਦਾ ਗਹਿਣਿਆਂ ਦਾ ਭਰਿਆ ਹੋਇਆ ਬੈਗ ਲੈ ਕੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ। ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੁੰਦਾ ਹੋਇਆ ਨਜ਼ਰ ਆ ਰਿਹਾ ਕਿ ਬਠਿੰਡਾ ਪੁਲਿਸ ਦੇ ਵੱਲੋਂ ਇਹਨਾਂ ਦੋਵਾਂ ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ, ਜਿਸ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਜਿਹੜੀ ਭਾਲ ਹੈ ਉਹ ਜਾਰੀ ਹੈ। ਦੱਸਦੀ ਕਿ ਲੁੱਟ ਖੋਹ ਦੀ ਵਾਰਦਾਤ ਬੀਤੇ ਕੱਲ ਤੜਕੇਸਾਰ ਸੰਗਰੂਰ ਰੇਲਵੇ ਸਟੇਸ਼ਨ ਦੇ ਉੱਤੇ ਵਾਪਰੀ ਸੀਗੀ, ਜਿਸ ਦੇ ਵਿੱਚ ਕਿ ਮੁਲਜ਼ਮਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਹੀ 3 ਕਿਲੋ 765 ਗ੍ਰਾਮ ਦਾ ਜਿਹੜਾ ਸੋਨਾ ਉਹ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤਕਰੀਬਨ 1 ਕਰੋੜ 75 ਲੱਖ ਰੁਪਏ ਸੋਨੇ ਦੀ ਕੀਮਤ ਦੱਸੀ ਜਾਂਦੀ ਹੈ, ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ 2 ਪੁਲਿਸ ਮੁਲਾਜ਼ਮਾਂ ਦੇ ਦੁਆਰਾ ਆਪਣੇ 3 ਹੋਰ ਸਾਥੀਆਂ ਦੇ ਨਾਲ ਮਿਲ ਕੇ ਸੂਰਤ ਦੀ ਗਹਿਣੇ ਬਣਾਉਣ ਵਾਲੀ ਇੱਕ ਕੰਪਨੀ ਸ਼੍ਰੀ ਬ੍ਰਾਈਟ ਮੈਜਿਸਟਰੇਟਸ ਕੰਪਨੀ ਦੇ ਜਿਹੜਾ ਹੈ ਕਰਮਚਾਰੀ ਰਾਜੂ ਰਾਮ ਦੇ ਨਾਲ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਵਿਅਕਤੀ ਦਿੱਲੀ ਤੋਂ ਬਠਿੰਡਾ ਆ ਰਿਹਾ ਸੀਗਾ, ਸੋਨੇ ਦੀ ਸਪਲਾਈ ਕਰਨੀ ਸੀਗੀ, ਪਰ ਇਸੇ ਦੌਰਾਨ ਜਦੋਂ ਸੰਗਰੂਰ ਰੇਲਵੇ ਸਟੇਸ਼ਨ ਤੇ ਗੱਡੀ ਰੁਕਦੀ ਹੈ ਤਾਂ ਇਸੇ ਦੌਰਾਨ 2 ਪੁਲਿਸ ਕਰਮੀ ਆਪਣੇ ਹੋਰ ਸਾਥੀਆਂ ਦੇ ਨਾਲ ਮੌਕੇ ਤੇ ਆਉਂਦੇ ਨੇ। ਡਰਾਇਆ ਧਮਕਾਇਆ ਜਾਂਦਾ ਉਹਨਾਂ ਨੂੰ ਤੇ ਬਾਅਦ ਦੇ ਵਿੱਚ ਉਹਨਾਂ ਦੇ ਕੋਲੋਂ ਸੋਨੇ ਦਾ ਗਹਿਣੇ ਦਾ ਭਰਿਆ ਹੋਇਆ ਜਿਹੜਾ ਬੈਗ ਸੀਗਾ ਉਹ ਲੈ ਕੇ ਇਹ ਪੁਲਿਸ ਕਰਮੀ ਉੱਥੋਂ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ। ਦੱਸਦੇ ਕਿ ਦੋਸ਼ੀਆਂ ਦੀ ਪਹਿਚਾਣ ਜਿਹੜੀ ਹੈ ਆਸ਼ੀਸ਼ ਕੁਮਾਰ ਜੋ ਕਿ ਫਜ਼ਿਲਕਾ ਦਾ ਵਾਸੀ ਦੱਸਿਆ ਜਾ ਰਿਹਾ, ਜੈਰਾਮ ਰਾਏਪੁਰ ਫਜ਼ਿਲਕਾ ਦਾ ਵਾਸੀ ਦੱਸਿਆ ਜਾ ਰਿਹਾ, ਵਿਨੋਦ ਨਾਲ ਦੀ ਨਾਲ ਜਿਹੜਾ ਹੈ ਨਿਸ਼ਾਨ ਔਰ ਇੱਕ ਹੋਰ ਸਾਥੀ ਉਹਨਾਂ ਦਾ ਦੱਸਿਆ ਜਾ ਰਿਹਾ, ਜਿਸ ਦੀ ਹਲੇ ਪਹਿਚਾਣ ਹੋਣੀ ਬਾਕੀ ਹੈ। ਇਹਨਾਂ ਸਭ ਨੂੰ ਪੁਲਿਸ ਦੇ ਵੱਲੋਂ ਟ੍ਰੇਸ ਕੀਤਾ ਜਾ ਰਿਹਾ। ਫੜੇ ਗਏ ਲੁਟੇਰਿਆਂ ਦੇ ਵਿੱਚੋਂ ਆਸ਼ੀਸ਼ ਤੇ ਵਿਨੋਦ ਜਿਹੜੇ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਜਿਸ ਕਾਰ ਤੋਂ ਇਹ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਸਨ, ਉਸ ਦੇ ਵਿੱਚ GPS ਲੱਗਾ ਹੋਣ ਦੇ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਟਰੈਕ ਕਰਕੇ ਫਟਾਫਟ ਦੱਸਿਆ ਜਾਂਦਾ ਹੈ ਕਿ 48 ਘੰਟਿਆਂ ਦੇ ਅੰਦਰ ਹੀ ਇਸ ਕੇਸ ਨੂੰ ਸੁਲਝਾ ਲਿਆ ਗਿਆ। ਇੱਕ ਦੋਸ਼ੀ ਜਿਹੜਾ ਹੈ ਅਬੋਹਰ ਥਾਣੇ ਦੇ ਵਿੱਚ ਤੈਨਾਤ ਹੈ ਆਸ਼ੀਸ਼ ਕੁਮਾਰ ਔਰ ਨਾਲ ਦੀ ਨਾਲ ਜਿਹੜਾ ਦੂਸਰਾ ਦੋਸ਼ੀ ਹੈ ਦੱਸਦੇ ਕਿ ਉਹ ਵੀ ਐਕਸਾਈਜ਼ ਵਿਭਾਗ ਦੇ ਵਿੱਚ ਕੰਮ ਕਰਦਾ ਹੈ, ਜਿਸ ਦੀ ਪਹਿਚਾਣ ਵਿਨੋਦ ਕੁਮਾਰ ਦੇ ਵਜੋਂ ਹੋਈ ਹੈ। ਫਿਲਹਾਲ ਪੁਲਿਸ ਦੇ ਵੱਲੋਂ 48 ਘੰਟਿਆਂ ਦੇ ਵਿੱਚ ਇਸ ਸੋਨੇ ਦੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਘਟਨਾ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਆਸ਼ੀਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ, ਸੋਨੇ ਦੀ ਬਰਾਮਦਗੀ ਕਰ ਲਈ ਗਈ ਹੈ। ਦੱਸਿਆ ਜਾਂਦਾ ਹੈ ਕਰਮਚਾਰੀਆਂ ਦਾ ਕਹਿਣਾ ਸੀਗਾ ਕਿ ਮੌਕੇ ਤੇ ਉਹਨਾਂ ਨੂੰ ਜੋ ਉਹਨਾਂ ਦਾ ਸੋਨਾ ਲੁੱਟ ਖੋਹ ਹੋਇਆ ਸੀਗਾ ਉਸ ਦੇ ਵਿੱਚੋਂ 2 ਬੈਗ ਜਿਹੜੇ ਨੇ ਉਹ ਗਾਇਬ ਦੱਸੇ ਜਾ ਰਹੇ ਨੇ, ਪਰ ਪੁਲਿਸ ਦੇ ਮੁਤਾਬਿਕ ਸਾਰੇ ਸੋਨੇ ਦੀ ਰਿਕਵਰੀ ਹੋ ਚੁੱਕੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਲੁੱਟ ਖੋਹ ਕਰਨ ਵਾਲੇ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੋ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਵਾਪਰੀ, ਹਰ ਪਾਸੇ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ 2 ਪੁਲਿਸ ਵਾਲੇ ਹੀ ਲੁੱਟ ਖੋਹ ਦੀ ਇਸ ਵਾਰਦਾਤ ਨੂੰ ਅੰਜਾਮ ਕਰਨ ਵਾਲੇ ਨਿਕਲੇ ਨੇ, ਜਿਨ੍ਹਾਂ ਦੇ ਵੱਲੋਂ 1 ਕਰੋੜ 75 ਲੱਖ ਰੁਪਏ ਤੱਕ ਦਾ ਸੋਨਾ ਜਿਹੜਾ ਹੈ ਸੰਗਰੂਰ ਰੇਲਵੇ ਸਟੇਸ਼ਨ ਤੋਂ ਲੁੱਟਿਆ ਗਿਆ ਤੇ ਬਾਅਦ ਦੇ ਵਿੱਚ ਫਰਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਹੀ ਗੱਡੀ ਦੇ ਵਿੱਚ GPS ਲੱਗਾ ਹੋਣ ਦੇ ਕਰਕੇ ਇਹ ਪੁਲਿਸ ਕਰਮੀ ਜਿਹੜੇ ਨੇ ਉਹ ट्रेस हो गए ने ते पुलिस दे वल्लों इन्हां नूं फड़ लिया गया। आपका नाम क्या है जी? मेरा नाम कान्हा राम है जी। कंपनी का नाम क्या है? कंपनी का नाम ब्राइट लॉजिस्टिक है। काम क्या है कंपनी का? हमारा कोरियर का काम है, ज्वेलर्स को माल सप्लाई देना। सर क्या घटना हुई थी, किस तरह आप की जो सोना लूटा गया, कब चला था आपका जो कर्मचारी था? सर मेरा 3 तारीख को करोलबाग से जो लड़का है वो माल लेके चला था सराय रोहिला दिल्ली से ट्रेन में। वो माल पहुंचना था सर ये अपना बठिंडा और गंगानगर 2 जगह ब्रांच है अपनी।
तो दोनों जगह माल पहुंचना था। तो बंदा संगरूर पहुंचा रेलवे स्टेशन, तो वहाँ से कोई लड़का बता रहा था कि दो पुलिस वाले थे वर्दी में थे दो बंदे। उसने धक्का मुक्की की उसके साथ, बोले हम लोग पुलिस वाले चेकिंग करेंगे, तुम बैग दो अपना। तो उसने बैग नहीं दिया तो हाथापाई की उसके साथ, फिर वो बैग छीन के भाग गए। उसने फिर टीसी से फ़ोन लिया और उसके फ़ोन से मुझे फ़ोन किया 3:30 बजे रात को करीबन मेरे को फ़ोन आया, बोला ऐसी ऐसी वारदात हो गई है। तो मैंने किसी से अम्बाला कंट्रोल रूम का नंबर लिया, मैंने अम्बाला कंट्रोल रूम को सूचना दी। उन्होंने यहाँ आरपीएफ को एसआई है यहाँ की मैडम, उन्होंने इतना कोऑपरेट किया कि उनकी वजह से लगभग जो है वो बहुत कोऑपरेट किया। उन्होंने आगे सीआईए बठिंडा को और अपना ये टोल प्लाजा सब जगह उन्होंने मतलब ये अपने वायरलेस पे सब जगह उन्होंने डिटेल दी कि ऐसी ऐसी रॉबरी हो गई है, आप उन बंदों को पकड़ो, ऐसे ऐसे बंदे हैं। तो फिर वो सीआईए ने वहाँ के जो 100 डायल है अपने बठिंडा, उनकी वजह से वो माल अपना मिल गया। उसमें 2 पैकेट मिक्सिंग है, बाकी पूरा माल मिल गया। आपका इतना महंगा सोना लेकर आपका कर्मचारी चलता है, तो जैसे उन्होंने बताया कि वो स्लीपर क्लास में थे, तो आपको लगता नहीं है कि इतनी कम सिक्योरिटी में इतनी महंगी चीज़ पहुंचानी? जी सर, वो तो उस दिन तो 3-4 दिन छुट्टियां थी, उसकी वजह से माल इकट्ठा हो गया। बाकी इतना माल नहीं रहता है, वो 20 से 30 लाख ऐसा कुछ रहता है। वो इतना माल तो मतलब सिक्योरिटी के साथ भी नहीं भेज सकते हम। तो वैसे ट्रेन मतलब सबसे सेफ चीज़ होती है, इसकी वजह से ट्रेन में बंदा भेजते हैं हम आपका लोग। साथी अकेले ही था? हाँ, बंदा अकेला ही था। भाई साहब क्या नाम है आपका और आप कहाँ से आ रहे थे, क्या पूरी वारदात कैसे हुई? मैं राजूराम हूँ। मैं दिल्ली से आ रहा था, दिल्ली से रैला में। संगरूर आके यहाँ पे ट्रेन रुकी और उसके बाद में कुछ काफ़ी टाइम रुकने के बाद जब रवाना होने वाली थी तभी कुछ दो आदमी आए, पंजाब पुलिस की वर्दी पई हुई थी। उन्होंने आके बोले तू डेली मतलब रोज़ाना जाता है दिल्ली, क्या लेके आता है, मैं तो तेरी चेकिंग करनी है। इस बहाने तो उन लोगों ने मेरी चेकिंग की, मेरा मोबाइल भी ले लिया मेरे जेब से। और उन लोगों ने मतलब एक दूसरा बंदा है और उन्होंने मेरी बैग छीन ली। हाथापाई हुई वहाँ पे। उन लोगों ने मतलब दरवाजे के पास ले जाकर मुझे मतलब आप तो चलती ट्रेन से कूद गए और मुझे धक्का दे दी, वहाँ से धक्का मार के आप नीचे कूद गए। दोनों के दोनों बैग छीन लिए? हाँ, दोनों के दोनों बैग छीन लिए। अच्छा, आप मतलब कि क्या काम करते हो, मतलब कि ये आपको पता जी। था उसमें क्या है? हाँ जी, मुझे पता था। और ये मतलब हमारा मतलब लॉजिस्टिक का काम है, हम सर्विस देते हैं। कोरियर सर्विस? कोरियर सर्विस है कौन सी आप क्लास में आ रहे थे ट्रेन में? जी। स्लीपर थी उस दिन, मतलब ऐसी टिकट कन्फर्म नहीं हो पाई और S2 में था मैं। तो आप कहाँ से चले थे और कहाँ जाना था आपने? मुझे दिल्ली से रेरोला से गंगानगर और बठिंडा जाना था। और जब आपको पता चला कि आपके साथ लूट हो चुकी है, हाँ जी। चलती ट्रेन में से बंदों ने छलांग लगा दी, बाद में आपने क्या किया? मैंने टीटी का फ़ोन लिया और फ़ोन किया और फिर भैया ने जो किया आपको पता ही है। आपको पता था कि उसमें 1,75,00,000 का सोना है? जी, मुझे पता था कीमती है इतनी, मतलब 75 लाख के करीबन होगा, इतना मतलब पूरी वैल्यू मुझे पता नहीं थी। अच्छा, क्या आपके जो कोरियर आप लेकर आते हो, क्या आप GPS हर समय आपका रहता है ऑन? हाँ जी, हर वक्त मतलब ऑन रहता है, चार्ज रहता है, सब कुछ रहता है। ठीक है भैया। ਬਠਿੰਡਾ ਪੁਲਿਸ ਦੇ ਵੱਲੋਂ ਇੱਕ ਜਿਹੜੀ ਪਕੜ ਕੀਤੀ ਗਈ ਹੈਗੀ 1.5 ਕਿਲੋਗ੍ਰਾਮ ਦੇ ਕਰੀਬ ਜਿਹੜਾ ਸੋਨਾ ਦੱਸਿਆ ਜਾ ਰਿਹਾ ਜਿਹਦੀ ਕੀਮਤ 1,75,00,000 ਹੈਗੀ, ਤਾਂ ਉਹ ਕੀ ਮਾਮਲਾ ਹੈਗਾ ਪੂਰਾ? ये सर रात ਨੂੰ ਲੰਘੀ ਰਾਤ ਵੀ ਕਰੀਬ 2:50 ਵਜੇ ਟ੍ਰੇਨ ਆਈ ਹੈ ਦਿੱਲੀ ਤੋਂ। ਟ੍ਰੇਨ ਸਹਿਲਾ ਗੱਡੀ ਆਉਂਦੀ ਦਿੱਲੀ ਤੋਂ ਗੰਗਾਨਗਰ ਜਾਂਦੀ ਹੈ। ਉਹ ਟ੍ਰੇਨ 'ਤੇ ਰਾਜੂ ਨਾਮ ਦਾ ਲੜਕਾ, ਉਹਦੇ ਕੋਲੇ 2 ਬੈਗ ਸੀਗੇ, ਉਹਦੇ ਦੱਸਣ ਮੁਤਾਬਕ ਉਹਨਾਂ ਵਿੱਚ ਸੋਨੇ ਦੇ ਗਹਿਣੇ ਜੋ ਉਹਨੇ ਗੰਗਾ ਲੈ ਕੇ ਜਾਣੇ ਸੀਗੇ। ਨਿੱਜੀ ਕੰਪਨੀ 'ਚ ਕੰਮ ਕਰਦਾ ਉਹ। ਜਦੋਂ ਉਹ 2 ਵਜੇ ਦੀ ਟ੍ਰੇਨ ਜਦੋਂ ਆ ਕੇ ਰੁਕੀ, ਆ ਕੇ ਜੇ ਗੱਡੀ ਟ੍ਰੇਨ ਚੱਲਣ ਲੱਗੀ ਦੱਸਣ ਮੁਤਾਬਕ, ਉਹ ਬੰਦੇ ਆਣ ਕੇ ਅੰਦਰ ਗੱਡੀ 'ਚ ਇੰਟਰ ਹੋਏ। ਇਹਦਾ ਮੋਬਾਈਲ ਹੁਣ ਖੋਇਆ, ਪਹਿਲਾਂ ਤਾਂ ਹੁਣ ਖੋ ਕੇ ਜੇਬ 'ਚ ਪਾ ਲਿਆ। ਉਸ ਤੋਂ ਬਾਅਦ ਇਹ ਕੋਲ ਜਿਹੜੇ ਦੋਨੇ ਬੈਗ ਸੀਗੇ ਖੋਕੇ ਤੋਂ ਚੱਲਦੀ ਟ੍ਰੇਨ ਚੱਲ ਪਈ, ਚੱਲਦੀ ਟ੍ਰੇਨ ਛਾਲ ਮਾਰਤੀ ਉਹਨੇ। ਉਸ ਤੋਂ ਬਾਅਦ ਇਹ ਲੜਕੇ ਨੇ ਚਲੋ ਸਾਡੇ ਸੰਪਰਕ 'ਚ ਆਇਆ। ਪਿੰਡ ਸਵੇਰੇ 'ਚ GPS ਲੱਗਿਆ ਹੋਇਆ ਵਿੱਚ ਇਹਦੇ। ਅਸੀਂ ਬਰਨਾਲਾ ਪੁਲਿਸ ਨੂੰ, ਬਠਿੰਡਾ ਪੁਲਿਸ ਨੂੰ
ਅਸੀਂ ਆਪ ਹੀ ਆਪਣੇ ਨਾ ਬਕਾਇਦਾ ਇਹ ਅਸੀਂ ਸਪਾਲ ਸੇ ਬਣਾਏ ਤੋਂ ਵੀ ਉਹ ਬਕਾਇਦਾ ਨਾਕੇ ਲਵਾਏ ਨੇ, ਹੰਡਾਏ ਵੀ ਤਪੇ ਵੀ ਕੋਲ ਤੱਕ ਜਾਂਦੇ ਰਹੇ ਅਸੀਂ ਵੀ ਸਾਡੇ ਪਰ ਗੱਡੀ ਅੱਗੇ ਸੀਗੀ, ਗੱਡੀ ਫਾਸਟ ਸੀ ਉਸ ਦਾ ਅਸੀਂ ਭੰਡੇ ਪੁਲਿਸ ਨੂੰ ਇਤਲਾਹ ਕੀਤੀ, ਉਹਨਾਂ ਨੇ ਕਾਬੂ ਕਰ ਲਿਆ ਜੀ। मतलब कि बाई रोड पर सर वो ਹਾਂ ਬਾਈ ਰੋਡ ਹਾਂ ਜੀ ਸਰ ਹੁਣ ਕਿਸ ਤਰ੍ਹਾਂ ਦੀ ਜਿਹੜੀ ਜਾਂਚ ਹੈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ? ਜੀ। ਦੇਖੋ ਇਨਵੈਸਟੀਗੇਸ਼ਨ ਜਾਰੀ ਹੈ ਇਹਦੀ, ਵੀ ਜੋ ਵੀ ਸਾਹਮਣੇ ਆਊਗਾ ਵੀ ਇਹ ਕਿਵੇਂ ਬੰਦੇ ਚੜੇ ਡੱਬੇ 'ਚੋਂ, ਕੌਣ ਨੇ ਇਹ, ਵੀ ਕੀ ਇਹਨਾਂ ਕੋਲ ਕਿਸੇ ਨਾਲ ਲੱਗੇ ਸੀਗੇ, ਕੰਪਨੀ ਨਾਲ ਲੱਗੇ ਸੀਗੇ ਜਾਂ ਕੋਈ ਜਿੱਥੇ ਲੈ ਕੇ ਜਾਣਾ ਸੀਗਾ ਇਹਨਾਂ ਸੋਨਾ, ਉਹਨਾਂ ਨਾਲ ਕੋਈ ਸੰਪਰਕ ਵਿੱਚ ਆਇਆ ਸੀ ਜਾਂ ਉਹਨਾਂ ਨੇ ਕੋਈ ਕਿਸੇ ਨਾਲ ਜਿਹੜੇ ਮੁਲਾਜ਼ਮ ਨੇ, ਜਿਹੜੇ ਪੁਲਿਸ ਮੁਲਾਜ਼ਮ ਨੇ ਲੋਕ ਲੈ ਕੇ ਉਹਨਾਂ ਨੇ ਕੋਈ ਖੇਡ ਰੱਖੀ ਹੋਏ, ਜਿਹੜੇ ਖੇਡ ਬਣਾਈ ਜਾਂਦੇ ਨੇ ਉਹ ਜਲਦੀ ਪਤਾ ਲੱਗ ਜਾਊਗਾ। हाँ जी मैम, आपका नाम जी? सब इंस्पेक्टर सोनिया, सब इंस्पेक्टर आरपीएफ संगरूर। मैम घटना हुई थी जी 4 तारीख की सुबह, जी। तो पूरा घटनाक्रम क्या हुआ, कैसे हुआ, उसकी डिटेल पूरी। हमारे पास एक्चुअली कल रात को 3 बजे अराउंड 3:46 पे हमारे पास इन्फॉर्मेशन आई थी कंट्रोल के थ्रू कि एक पैसेंजर हैं जिनका नाम था राजू राम, वो ट्रेन में ट्रैवल कर रहे थे एक 24:55 में, और जैसे वो ट्रैवल कर रहे थे तो संगरूर स्टेशन से जब गाड़ी निकल रही थी उस टाइम पे उनका किसी ने बैग में स्नैचिंग कर ली, जिसमें 2 लोग पुलिस के यूनिफॉर्म में थे और एक कोई था उनके साथ था जिसको वो देख नहीं पाए पैसेंजर। जैसे उनका फ़ोन छीन के भाग गए थे, उनका बैग छीन के भाग गए थे। उस बैग में उनकी ज्वेलरी थी, गोल्ड और डायमंड की ज्वेलरी, जो अप्रोक्सीमेट 1 करोड़ और 90 लाख के अराउंड उन्होंने हमको बताया था कि मैम इतनी कॉस्ट की वो ज्वेलरी है। जैसे उन्होंने हमको बताया तो उन्होंने जब थेफ्ट हो गया था तो किसी पैसेंजर से कांटेक्ट करके अपने भाई को, जो उनके कज़न थे और उनके ब्राइट कुरियर कंपनी के मैनेजर थे, उनको उन्होंने बताया कि मेरा बैग चोरी हो गया, आप प्लीज़ किसी को इन्फॉर्म कर दीजिए। तो उनका नाम कान्हा राम था, मैनेजर जो थे, उन्होंने कंट्रोल के थ्रू हमसे कांटेक्ट किया था। और जब उन्होंने हमसे कांटेक्ट किया तो उन्होंने बताया कि मैम उसमें ट्रैकर लगा हुआ है, तो आप प्लीज़ हमारी अगर आप मदद करेंगे तो मे बी वो ट्रेस आउट हो सकते हैं। जब हमारे पास इन्फॉर्मेशन आई तो हमने कोई भी देरी ना करते हुए जल्द से जल्द जीआरपी को इन्वॉल्व किया इस केस में, और जीआरपी एसएचओ जगजीत सिंह से हमने बात की थी। जगजीत सर ने अपने ऑफिसर्स को तभी डिप्लॉय किया और हेड कांस्टेबल धर्मेंद्र थे, वो हमारे साथ यहीं पे तब बीट पे मौजूद थे प्लेटफॉर्म पे। हम उनको लेके हमने अरेंज किए थे कॉन्टैक्ट नंबर्स, जो बीच में पीसीआर हैं हमारे पास, जो नाके हैं और जो टोल प्लाज़ा हैं उनके। हमको कान्हा राम रियल टाइम जो उनकी लोकेशन थी वो स्क्रीनशॉट्स लेके शेयर कर रहे थे, क्योंकि उनको लाइव लोकेशन शेयर करना नहीं आता था। जैसे वो हमको शेयर कर रहे थे तो हमको पता लगा कि वो बठिंडा हाईवे की तरफ जा रहे हैं और मे बी वो बठिंडा सिटी में जाने वाले थे। जब हमको पता लगा बठिंडा सिटी में जाने वाले थे तो हमने पहले ही नाके वालों को अलर्ट कर दिया था। जैसे उसके बाद जब वो बठिंडा सिटी में पहुँचे तो उनको वहाँ पे पकड़ लिया गया था और होपफुली सामान भी मटेरियल रिकवर हो गया है, जो कि सीआईए अभी इस चीज़ की बठिंडा जांच कर रही है। जी, मामले में हमने एफआईआर दर्ज कराई है जीआरपी के साथ, संगरूर जीआरपी में, और मामले की जांच अभी चल रही है। जी।